तेग बहादुर के चलत पयो जगत को सोग है सब जग पयो जय 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 सुरलोक। चीफ खालसा दीवान दी समुची संस्था वालों 9वीं जोत धन धन गुरु तेग बहादुर साहिब जी दे पावन पवित्र 400 सालां दे प्रकाश पुरब नूं ਵੱਡੇ ਪੱਧਰ ਤੇ ਮਨਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਸਿੱਖ ਸੰਗਤਾਂ ਘਰ ਬੈਠੇ ਹੀ ਆਨਲਾਈਨ ਗੁਰੂ ਉਸਤਤ ਦਾ ਆਨੰਦ ਮਾਣ ਰਹੀਆਂ ਹਨ। ਸਮੁੱਚੇ ਅਦਾਰਿਆਂ ਅਤੇ ਸੰਗੀਤ ਅਧਿਆਪਕਾਂ ਦਾ ਕੀਰਤਨ ਆਪ ਜੀ YouTube ਚੈਨਲ ਅਤੇ Facebook ਪੇਜ ਤੇ ਰੋਜ਼ਾਨਾ 5 ਤੋਂ 5:30 ਵਜੇ ਤੱਕ ਵੇਖ ਰਹੇ ਹੋ। ਦਰਬਾਰ ਮਹੱਲਾ 9ਵਾਂ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਵੱਲੋਂ 9ਵੇਂ ਪਾਤਸ਼ਾਹ ਜੀ ਦੇ ਸਲੋਕਾਂ ਦਾ ਗਾਇਨ ਆਪ ਜੀ ਵੀਕਐਂਡ ਤੇ 5 ਤੋਂ 5:30 ਵਜੇ ਤੱਕ ਸਰਵਨ ਕਰ ਰਹੇ ਹੋ। ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਅਤੇ ਬਾਣੀ ਉੱਤੇ ਪੁਸਤਕਾਂ ਵੀ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ। ਆਨਲਾਈਨ ਕੀਰਤਨ ਦਰਬਾਰ ਵੀ ਆਯੋਜਿਤ ਕੀਤਾ ਜਾ ਰਿਹਾ ਹੈ। ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀਟੀ ਰੋਡ ਅੰਮ੍ਰਿਤਸਰ ਵਿਖੇ ਬਣਾਈ ਨਵੀਂ ਬਿਲਡਿੰਗ ਨੂੰ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਅਕਤੂਬਰ ਮਹੀਨੇ ਵਿੱਚ ਬੱਚਿਆਂ ਦੇ ਭਾਸ਼ਣ, ਕਵਿਤਾ ਉਚਾਰਨ, ਕੀਰਤਨ, ਗੁਰਬਾਣੀ ਕੰਠ ਅਤੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਜਾਣਗੇ। ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸਰਦਾਰ ਨਿਰਮਲ ਸਿੰਘ ਜੀ, ਚੇਅਰਮੈਨ ਧਰਮ ਪ੍ਰਚਾਰ ਕਮੇਟੀ ਸਰਦਾਰ ਪਾਕ ਸਿੰਘ ਜੀ ਅਨਖੀ, ਸਮੂਹ ਅਹੁਦੇਦਾਰਾਂ ਅਤੇ ਸਭ ਸੰਗਤਾਂ ਦੇ ਸਹਿਯੋਗ ਨਾਲ ਇਨ੍ਹਾਂ ਪ੍ਰੋਗਰਾਮਾਂ ਨੂੰ ਸਫਲ ਬਣਾਇਆ ਜਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸਿਮਰਜੀਤ ਕੌਰ ਹੈ ਅਤੇ ਮੈਂ ਬੜੀ ਹੀ ਸੁਭਾਗੀ ਹਾਂ ਕਿ ਮੈਨੂੰ ਅੱਜ ਆਪ ਜੀ ਦੇ ਸਾਹਮਣੇ ਆਪਣੀ ਪ੍ਰਤਿਭਾ ਨੂੰ ਪ੍ਰਸਤੁਤ ਕਰਨ ਦਾ ਮੌਕਾ ਮਿਲਿਆ ਹੈ। ਗੁਰੂ ਸਾਹਿਬਾਨ ਦੀ ਕਿਰਪਾ ਨਾਲ ਮੈਂ ਬੜੀ ਹੀ ਬਲੈਸਡ ਹਾਂ ਕਿ ਮੈਨੂੰ ਚੀਫ ਖਾਲਸਾ ਦੀਵਾਨ ਵਿਖੇ ਆਪਣੀ ਮੂਲ ਸਿੱਖਿਆ ਲੈਣ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਜਿੱਥੇ ਆ ਕੇ ਮੈਂ ਆਪਣੀ ਸੰਗੀਤ ਦੀ ਇਸ ਪ੍ਰਤਿਭਾ ਨੂੰ ਪਹਿਚਾਣਿਆ। ਮੈਡਮ ਪ੍ਰਭਜੋਤ ਕੌਰ ਜੀ ਨੇ ਮੇਰੀ ਇਸ ਪ੍ਰਤਿਭਾ ਨੂੰ ਤਰਾਸ਼ਿਆ ਅਤੇ ਮੈਂ ਬਹੁਤ ਸਾਲਾਂ ਤੱਕ ਉਹਨਾਂ ਤੋਂ ਗੁਰਮਤਿ ਸੰਗੀਤ ਦੀ ਮੂਲ ਵਿੱਦਿਆ ਲਈ, ਜਿਸ ਦੇ ਫਲਸਰੂਪ ਅੱਜ ਮੈਂ MA ਕਰਦੇ ਹੋਏ, ਪ੍ਰਭਾਕਰ ਕਰਦੇ ਹੋਏ ਅੱਜ ਮੈਂ PhD ਗੁਰਮਤਿ ਸੰਗੀਤ ਦੇ ਵਿੱਚ ਕਰ ਰਹੀ ਹਾਂ। ਗੁਰੂ ਸਾਹਿਬਾਨ ਦੀ ਕਿਰਪਾ ਨਾਲ ਅੱਜ ਮੈਂ ਆਨਲਾਈਨ ਸਕੂਲ ਗੁਰਮਤਿ ਸੰਗੀਤ ਸਕੂਲ ਮੈਲੋਡੀਆ ਟੂ ਬਲਿਸ ਨਾਮ ਤੋਂ ਚਲਾ ਰਹੀ ਹਾਂ, ਜਿਹਦੇ ਵਿੱਚ ਕਿ ਦੇਸ਼ ਵਿਦੇਸ਼ਾਂ ਤੋਂ ਬਹੁਤ ਸਾਰੇ ਬੱਚੇ ਬੱਚੀਆਂ ਆ ਕੇ ਗੁਰਮਤਿ ਸੰਗੀਤ ਦੀ ਸਿੱਖਿਆ ਲੈ ਰਹੇ ਹਨ। ਮੂਲ ਵਿੱਦਿਆ ਲੈਣ ਦੇ ਸਮੇਂ ਦੌਰਾਨ ਉਹ ਜੋ ਸਵੇਰ ਦਾ ਪ੍ਰੇਅਰ ਦਾ ਮਾਹੌਲ, ਉਹ ਅਰਦਾਸ, ਉਹ ਕੀਰਤਨ, ਉਹ ਜੋ ਮਨ ਦੀ ਇਕਾਗਰਤਾ ਮੈਨੂੰ ਮਿਲੀ ਔਰ ਰੋਜ਼ ਸਵੇਰੇ ਆ ਕੇ ਪਹਿਲੇ ਗੁਰੂ ਸਾਹਿਬਾਨ ਦੇ ਜੋ ਦਰਸ਼ਨ ਕਰਨ ਦੀ ਜੋ ਤਾਕੀਦ ਮੈਂ ਇਸ ਵਿਦਿਆਲੇ ਵਿੱਚੋਂ ਸਿੱਖੀ ਅਤੇ ਇਹਨਾਂ ਮੂਲਾਂ ਦੇ ਸਦਕਾ ਹੀ ਅੱਜ ਮੈਂ ਦੇਸ਼ ਪ੍ਰਦੇਸ਼ਾਂ ਵਿੱਚ ਸੰਗਤਾਂ ਨੂੰ ਅਤੇ ਬੱਚਿਆਂ ਨੂੰ ਗੁਰਮਤਿ ਸੰਗੀਤ ਅਤੇ ਕੀਰਤਨ ਦੇ ਨਾਲ ਜੋੜਨ ਦਾ ਯਤਨ ਕਰ ਰਹੀ ਹਾਂ। ਮੈਂ ਆਪ ਜੀ ਦੇ ਸਮਕਸ਼ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ 9ਵੇਂ ਮਹੱਲੇ ਦੇ ਸ਼ਲੋਕ ਉਹਨਾਂ ਦਾ ਗਾਇਨ ਕਰਨ ਜਾ ਰਹੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
पत सगर पतित उदाहरण वहरन पतित उदाहरण वहरन पतित उदाहरण वहरन हाय रे अनाथ के नाथ हाय रे अनाथ के नाथ कहो नानक तह जानिए कहो नानक तह जानिए सदा मस्त तुम साथ सदा मस्त तुम साथ सदा मस्त तुम साथ सदा मस्त तुम साथ पतित उदाहरण वहरन पतित उदाहरण वहरन हाय रे अनाथ के नाथ हाय रे अनाथ के नाथ पतित उदाहरण वहरन पतित उदाहरण पतित उदाहरण पतित उदाहरण वहरन तन तन जह तो को दियो 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 तासे उन्हें होना कीना तासे उन्हें होना कीना तासे उन्हें होना कीना तासे उन्हें होना कीना कहो नानक नर बावरे कहो नानक नर बावरे अब क्यों डोलत नीना अब क्यों डोलत नीना अब क्यों डोलत नीना तन तन जह तो को
तन तन संपै सुख दियो, तन तन संपै सुख दियो। तन तन संपै सुख दियो, तन तन संपै सुख दियो। हर जहनी के काम, हर जहनी के काम, तन तन संपै सुख दियो, तन तन संपै सुख दियो। कहो नानक सुन रे मना, कहो नानक सुन रे मना, कहो नानक सुन रे मना। सिमरत काहे ना राम, सिमरत काहे ना राम। सिमरत काहे ना राम, कहो नानक सुन रे मना, कहो नानक सुन रे मना। सिमरत काहे ना राम, सिमरत काहे ना राम। धन गुर तेग बहादुर साहिब, धन गुर तेग बहादुर साहिब, धन गुर तेग बहादुर साहिब, धन गुर तेग बहादुर, धन गुर तेग बहादुर साहिब, धन गुर तेग बहादुर साहिब, धन गुर तेग बहादुर साहिब, धन गुर तेग बहादुर साहिब। धन गुरु तेग बहादुर साहिब, धन गुरु तेग बहादुर साहिब, धन गुरु तेग बहादुर साहिब, धन गुरु तेग बहादुर साहिब। गुरु तेग बहादुर से मरिए, कर नानद आवे ताए। गुरु तेग बहादुर से मरिए, कर नानद आवे ताए। सब ठाई होए सहाय, सब ठाई होए सहाय। धन गुरु तेग बहादुर साहिब, धन गुरु तेग बहादुर साहिब, धन गुरु तेग बहादुर साहिब, धन गुरु तेग बहादुर साहिब। सिमरत काहे ना राम, सिमरत काहे ना राम। सिमरत काहे ना राम, सिमरत काहे ना राम, सिमरत काहे ना राम, सिमरत काहे ना राम, सिमरत काहे ना राम। वाहिगुरु साहिब जी
ਡੰਡੌਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰ ਮਾਨ। ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ। ਪਤਿਤ ਉਧਾਰਨ ਭੈ ਹਰਨ, ਹਰ ਅਨਾਥ ਕੇ ਨਾਥ। ਕਹੋ ਨਾਨਕ ਤਿਹ ਜਾਨੀਐ, ਸਦਾ ਬਸਤ ਤੁਮ ਸਾਥ। ਧਨ ਧਨ ਜੇ ਤੋ ਕਉ ਦਿਓ, ਤਾਂ ਸਿਓ ਨੇਹੋ ਨਾ ਕੀਨ। ਕਹੋ ਨਾਨਕ ਨਰ ਬਾਵਰੇ, ਅਬ ਕਿਉ ਡੋਲਤ ਦੀਨ। ਤਨ ਧਨ ਸੰਪੈ ਸੁਖ ਦਿਓ, ਅਰ ਜੇ ਨੀਕੇ ਧਾਮ। ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨਾ ਰਾਮ। ਤਨ ਧਨ ਸੰਪੈ ਸੁਖ ਦਿਓ, ਅਰ ਜੇ ਨੀਕੇ ਧਾਮ। ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨਾ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਰਮ ਪ੍ਰਚਾਰ ਕਮੇਟੀ ਚੀਫ ਖਾਲਸਾ ਦੀਵਾਨ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਇਹ ਜੋ ਨਵੇਕਲਾ ਪ੍ਰੋਗਰਾਮ ਆਰੰਭਿਆ ਗਿਆ ਹੈ, ਇਸ ਵਿੱਚ ਆਪ ਜੀ ਸ਼ਲੋਕ ਮਹੱਲਾ 9ਵਾਂ ਦੀ ਲੜੀਵਾਰ ਵਿਚਾਰ ਸ਼੍ਰਵਣ ਕਰ ਰਹੇ ਹੋ ਜੀ। ਆਓ ਅੱਜ ਅਸੀਂ ਅਗਲੇ 4 ਸ਼ਲੋਕਾਂ ਦੀ ਵਿਚਾਰਾਂ ਨੂੰ ਪ੍ਰਾਰੰਭੀਏ। ਵਿਚਾਰਾਂ ਨੂੰ ਆਰੰਭ ਕਰਨ ਤੋਂ ਪਹਿਲੇ ਆਓ ਮਨ ਬਿਰਤੀਆਂ ਇਕਾਗਰ ਕਰੀਏ ਤੇ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀਓ। ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰ ਮਾਨ। ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ। ਹੁਣ ਮਹਾਰਾਜ ਇਹਨਾਂ ਸ਼ਲੋਕਾਂ ਵਿੱਚ ਨਾ ਤਾੜਨਾ ਕਰ ਰਹੇ ਨੇ। ਇਹ ਜਿਹੜੇ ਅੱਜ ਅਸੀਂ 4 ਸ਼ਲੋਕ ਸ਼੍ਰਵਣ ਕਰਾਂਗੇ ਨਾ, ਇਹਨਾਂ ਦੀ ਵਿਚਾਰ ਦੇਖਾਂਗੇ, ਤਾਂ ਇਹਨਾਂ 4 ਸ਼ਲੋਕਾਂ ਵਿੱਚ ਸਾਨੂੰ ਸਮਝ ਲੱਗੇਗਾ ਕਿ ਇੱਕ ਸ਼ਲੋਕ 'ਚ ਮਹਾਰਾਜ ਪਹਿਲੇ ਤਾੜਨਾ ਕਰਦੇ ਆ, ਫਿਰ ਦੂਸਰੇ ਵਿੱਚ ਸਮਝਾਉਂਦੇ ਆ, ਫਿਰ ਅਗਲੇ 'ਚ ਤਾੜਨਾ ਕਰਦੇ, ਫਿਰ ਦੂਜੇ ਸਮਝਾਉਂਦੇ ਆ। ਹੁਣ ਇੱਥੇ ਮਹਾਰਾਜ ਨੇ ਤਾੜਨਾ ਕੀਤੀ ਹੈ ਕਿ ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰ ਮਾਨ। ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ। ਅਸੀਂ ਕਹਿੰਦੇ ਆ ਜੀ, ਇਹ ਧਨ ਮੇਰਾ, ਇਹ ਧਨ ਮੇਰਾ, ਇਹ ਮੇਰੀ ਪਤਨੀ ਹੈ, ਇਹ ਮੇਰੀ ਸੰਪਤੀ ਹੈ, ਇਹ ਮੇਰੀ ਪ੍ਰਾਪਰਟੀ ਹੈ, ਇਹ ਮੇਰੀ ਜਾਇਦਾਦ ਹੈ। ਇਨ ਸ਼ਾਰਟ, ਇਹ ਮੇਰਾ ਸਾਰਾ ਕੁਝ ਹੈਗਾ, ਇਹ ਪਰਿਵਾਰ ਮੇਰਾ ਨਹੀਂ। ਭੋਲਿਆ ਮਹਾਰਾਜ ਕਹਿ ਰਹੇ ਨੇ, ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰ ਮਾਨ। ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ। ਜਿਨ੍ਹਾਂ ਨੂੰ ਤੂੰ ਸਮਝ ਰਿਹਾ ਨਾ ਕਿ ਤੇਰੇ ਆਪਣੇ ਆ, ਨਹੀਂ, ਤੇਰੇ ਆਪਣੇ ਨਹੀਂ ਹੈ, ਇਹ ਬੇਗਾਨੇ ਆ, ਤੇਰੇ ਆਪਣੇ ਨਹੀਂ ਹੈ। ਕਿਉਂ? ਇੱਕ ਰੀਸੈਂਟ ਐਗਜ਼ਾਮਪਲ ਲਵੇਗਾ ਜੋ ਅੱਜ ਦੇ ਵਿੱਚ ਆਪਾਂ ਸੁਣਦੇ ਹਾਂ ਖਬਰਾਂ ਕੋਵਿਡ ਦੀਆਂ। ਜੇਕਰ ਕੋਵਿਡ ਨਾਲ ਕਿਸੇ ਦੀ ਡੈਥ ਹੋ ਜਾਵੇ ਤਾਂ ਪਰਿਵਾਰ ਵਾਲੇ ਵੀ ਉਸ ਮ੍ਰਿਤਕ ਸਰੀਰ ਕੋਲ ਨਹੀਂ ਜਾ ਸਕਦੇ। ਤੇ ਚਲੋ ਜੇਕਰ ਕਿਸੇ ਦੀ ਨਾਰਮਲ ਡੈਥ ਵੀ ਹੋਵੇ ਤਾਂ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਹੈ, ਆਤਮਾ ਨਿਕਲ ਜਾਂਦੀ ਹੈ, ਸਰੀਰ ਰਹਿ ਜਾਂਦਾ, ਅਗਲੇ ਲੋਕ ਚ ਕੌਣ ਸਹਾਈ ਹੋਇਆ? ਆਪਾਂ ਪਿਛਲੇ ਦਿਨੀ ਆਪਾਂ ਜਿਹੜੀ ਪਿਛਲੀ ਵਿਚਾਰ ਕੀਤੀ ਹੈ ਉਹਦੇ ਚ ਆਪਾਂ ਸ਼੍ਰਵਣ ਕੀਤਾ ਕਿ ਨਹੀਂ, ਅਸੀਂ ਇਹ ਤਨ ਨਹੀਂ ਹਾਂ। ਸੋ ਜੇਕਰ ਤਨ ਇੱਥੇ ਰਹਿ ਗਿਆ ਤੇ ਬਾਕੀ ਸਾਰੇ ਜਿਹੜੇ ਤਨ ਦੇ ਨਾਲ ਨਾਲ ਲੱਗਦੇ ਉਹ ਵੀ ਤੇ ਇੱਥੇ ਰਹਿ ਗਏ। ਆਪਣਾ ਕੌਣ ਹੋਇਆ? ਫਿਰ ਆਪਣਾ ਕੌਣ ਹੈ? ਨਾਮ।
ਮਹਾਰਾਜ ਅੱਗੇ ਸਮਝਾਣਗੇ। ਸੋ ਮਹਾਰਾਜ ਇਹਨੂੰ ਕਹਿੰਦੇ ਕਿ ਬਈ ਤੂੰ ਇਹਨੂੰ ਸੱਚ ਕਰਕੇ ਜਾਣ ਲੈ ਕਿ ਬਈ ਇਹ ਤੇਰੇ ਆਪਣੇ ਨਹੀਂ ਹੈ। ਆਪਣੇ ਲੋਭ ਕੋ ਕੀਨੋ ਮੀਤ। ਜੇ ਤੇਰੇ ਨਾਲ ਕੋਈ ਫਾਇਦਾ ਹੈ ਤੇ ਤੇਰੇ ਨਾਲ ਲੋਕ ਹੈ, ਜੇ ਤੇਰੇ ਚ ਕੋਈ ਫਾਇਦਾ ਨਹੀਂ ਨਜ਼ਰ ਆ ਰਿਹਾ ਤੇ ਨਹੀਂ ਹੈ। ਗੁਸਤਾਖੀ ਮਾਫ, ਪਰ ਇਹ ਸੱਚਾਈ ਹੈ। ਮਹਾਰਾਜ ਇੱਥੇ ਖੁਦ ਸਪਸ਼ਟ ਕਰਕੇ ਕਹਿ ਰਹੇ ਨੇ ਕਿ ਨਾਨਕ ਸੱਚੀ ਜਾਨ, ਇਹ ਸੱਚ ਕਰਕੇ ਮੰਨੋ। ਕਿਉਂ? ਮਹਾਰਾਜ ਕਹਿੰਦੇ ਨੇ ਕਿ ਭਈ ਜਿੰਨਾ ਪਸਾਰਾ ਹੈ ਨਾ ਇਹ ਕਾਲ ਦੇ ਵਸ ਹੈ। ਤੂੰ ਕੌਣ ਹੈ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੂੰ ਤੇ ਜੋਤ ਸਰੂਪ ਹੈ। ਤੇਰਾ ਮਕਸਦ ਕੀ ਹੈ? ਆਪਾਂ ਪਿਛਲੇ ਦਿਨੀ ਵਿਚਾਰ ਚ ਸ਼ਰਵਣ ਕੀਤਾ ਸੀ ਨਾ, ਸਾਡਾ ਮਕਸਦ ਕੀ ਹੈ? ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਫਿਰ ਕੀ ਕੰਮ ਦਾ? ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਕੰਮ ਹੈ। ਹੁਣ ਅੱਗੇ ਮਹਾਰਾਜ ਸਮਝਾ ਰਹੇ ਨੇ, ਪਤਿਤ ਉਦਾਹਰਨ ਭੈ ਹਰਨ, ਹਰ ਅਨਾਥ ਕੇ ਨਾਥ, ਕਹੋ ਨਾਨਕ ਤਿਹ ਜਾਨੀਐ, ਸਦਾ ਬਸਤ ਤੁਮ ਸਾਥ। ਹੁਣ ਐਸਾ ਪ੍ਰਭੂ ਜਿਹੜਾ ਹੈ ਨਾ, ਉਹ ਪਤਿਤ ਉਦਾਹਰਨ ਵਾਲਾ, ਭੈ ਨੂੰ ਦੂਰ ਕਰਨ ਵਾਲਾ, ਅਨਾਥਾਂ ਦਾ ਨਾਥ ਹੈ। ਮਹਾਰਾਜ ਦੀ ਬਾਣੀ ਪੁਸ਼ਟੀ ਕਰ ਦਿਆ। ਪਰ ਕਿਵੇਂ? ਪਤਿਤ ਪਵਿੱਤ ਭਏ ਰਾਮ ਕਹਿਤ ਹੀ। ਸਿਮਰਨਾ ਪਏਗਾ, ਜਪ ਕਰਨਾ ਪਏਗਾ, ਸਿਮਰਨ ਕਰਨਾ ਪਏਗਾ, ਭਗਤੀ ਕਰਨੀ ਪਏਗੀ। ਹੁਣ ਭਗਤੀ ਕਿਉਂ ਕਰਨੀ ਹੈ? ਦਾਸ ਇੱਥੇ ਇੱਕ ਛੋਟਾ ਜਿਹਾ ਨੁਕਤਾ ਦੱਸ ਦੇਵੇ। ਜੇਕਰ ਹੀਰਾ ਮੇਰੀ ਜੇਬ ਵਿੱਚ ਪਿਆ ਪਰ ਮੇਰੀ ਯਾਦ ਸ਼ਕਤੀ ਵਿੱਚ ਨਹੀਂ ਹੈ, ਮੇਰੇ ਚੇਤੇ ਵਿੱਚ ਨਹੀਂ ਹੈ ਤੇ ਨਹੀਂ ਹੈ। ਜੇਕਰ ਮੇਰੇ ਕੋਲ ਕੋਈ ਕੀਮਤੀ ਚੀਜ਼ ਪਈ ਹੈ, ਮੇਰੇ ਕੋਲ ਕੋਈ ਪੈਸੇ ਪਏ ਹੈ, ਪਰ ਮੇਰੇ ਦਿਮਾਗ ਵਿੱਚ ਨਹੀਂ ਹੈ, ਮੇਰੀ ਯਾਦ ਸ਼ਕਤੀ ਵਿੱਚ ਨਹੀਂ ਹੈ ਤੇ ਨਹੀਂ ਹੈਗੇ। ਸੋ ਮਨ ਤੇ ਜੋਤ ਸਰੂਪ ਹੈ, ਪਰ ਇਹ ਆਪਣਾ ਮੂਲ ਕਿਵੇਂ ਪਛਾਣੇਗਾ? ਕਿਉਂਕਿ ਮਨ ਜੋਤ ਸਰੂਪ ਹੈ ਪਰ ਅਸੀਂ ਭੁੱਲ ਗਏ। ਸਾਡੇ ਅੰਦਰ ਪਰਮਾਤਮਾ ਹੈ ਪਰ ਅਸੀਂ ਭੁੱਲ ਗਏ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਅਸੀਂ ਪੜ੍ਹਦੇ ਹਾਂ ਪਰ ਭੁੱਲ ਜਾਂਦੇ ਹਾਂ। ਸੋ ਜੇ ਰੱਬ ਭੁੱਲ ਗਿਆ ਤਾਂ ਫਿਰ ਨਹੀਂ ਹੈਗਾ। ਪਰਮਾਤਮਾ ਅੰਦਰ ਹੀ ਹੈ। ਜਿੱਦਾਂ ਜੇਕਰ ਮੇਰੇ ਕੋਈ ਕੀਮਤੀ ਚੀਜ਼ ਮੇਰੇ ਕੋਲ ਪਈ ਹੋਵੇ, ਮੈਂ ਯਾਦ ਕਰਨੀ ਹੋਵੇ, ਤਾਂ ਫਲਾਣਾ ਬੰਦਾ ਕਹਿੰਦਾ ਹੋਵੇ ਯਾਰ ਤੇਰੇ ਕੋਲ ਤੇਰੀ ਜੇਬ 'ਚ ਹੀਰਾ ਪਿਆ ਸੀ, ਮੈਂ ਨਹੀਂ ਹੈਗਾ। ਤੂੰ ਸੋਚ, ਗੌਰ ਕਰ, ਚੇਤੇ ਕਰ ਉਹਨੂੰ। ਤੇ ਜਦੋਂ ਬੰਦਾ ਚੇਤੇ ਕਰਦਾ ਫਿਰ ਕਹਿੰਦਾ ਹਾਂ ਮੇਰੀ ਜੇਬ 'ਚ ਹੀਰਾ ਪਿਆ ਸੀ। ਐਵੇਂ ਹੈ। ਨਾਮ ਜਪਣਾ ਕੀ ਆ? ਪਰਮਾਤਮਾ ਨੂੰ ਚੇਤੇ ਕਰਨਾ, ਚੇਤੇ ਵਿੱਚ ਆ ਜਾਵੇ। ਹੁਣ ਇਹ ਚੇਤੇ ਵਿੱਚ ਕਿਵੇਂ ਲੈ ਕੇ ਆਣਾ ਹੈਗਾ? ਜਦੋਂ ਤੱਕ ਤੂੰ ਵਾਹਿਗੁਰੂ ਵਾਹਿਗੁਰੂ ਕਰਨਾ, ਅੱਲਾ ਅੱਲਾ ਕਹਿਣਾ, ਰਾਮ ਰਾਮ ਕਹਿਣਾ, ਇਹ ਕੀ ਹੈ? ਉਹਦੇ ਗੁਣ ਹੈ। ਤੇ ਉਹਨੇ ਗੁਣਾਂ ਨੂੰ ਕਹਿ ਕੇ ਗੁਣ ਕਹਿ ਗੁਣੀ ਸਮਾਵਣੇ ਬੰਨਾ। ਉਹਦੇ ਗੁਣਾਂ ਦੀ ਵਿਚਾਰ ਕਰ ਕਰਕੇ ਉਹਦੇ ਵਿੱਚ ਸਮਾ ਜਾਣਾ ਹੈਗਾ। ਤਾਂ ਹੀ ਜਦੋਂ the moment ਆਪਾਂ ਉਹਦਾ ਰੂਪ ਬਣੇ, the moment ਉਹਦੇ ਵਿੱਚ ਅਸੀਂ ਸਮਾ ਗਏ, ਫਿਰ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਿਕ ਕਟਕ ਜਲ ਰੰਗ ਜੈਸਾ। ਫਿਰ ਅਵਸਥਾ ਕੀ ਬਣ ਜਾਂਦੀ ਹੈ? ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਪਰ ਇਹ ਅਵਸਥਾ ਦੀ ਪਹਿਲੀ ਪੌੜੀ ਕੀ ਹੈ? ਜਪ। ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਨਿਚੋੜ ਕੀਆ ਜਪ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਆਰੰਭ ਕਿੱਥੋਂ ਹੁੰਦੀ ਹੈ? ਜਪ। ਸੋ ਮਹਾਰਾਜ ਇੱਥੇ ਅਖੀਰ ਤੇ ਫਿਰ ਦ੍ਰਿੜ ਕਰਾ ਰਹੇ ਨੇ, ਪਤਿਤ ਉਦਾਹਰਨ ਭੈ ਹਰਨ, ਹਰ ਅਨਾਥ ਕੇ ਨਾਥ, ਕਹੋ ਨਾਨਕ ਤਿਹ ਜਾਨੀਐ, ਸਦਾ ਬਸ ਤੁਮ ਸਾਥ। The moment ਅਸੀਂ ਜਪ ਕਰਨਾ ਸ਼ੁਰੂ ਕਰਤਾ, ਸਹਿਜੇ ਸਹਿਜੇ ਇਹ ਅਹਿਸਾਸ ਹੋਣਾ ਸ਼ੁਰੂ ਹੋ ਜਾਏਗਾ ਕਿ ਹਾਂ ਮੇਰੇ ਕੋਲ ਹੀ ਹੀਰਾ ਪਿਆ ਸੀ, ਮੇਰੇ ਅੰਦਰ ਹੀ ਉਹ ਰਤਨ ਪਿਆ, ਮੇਰੇ ਅੰਦਰ ਹੀ ਪਰਮਾਤਮਾ ਵਸਿਆ ਹੈ,
मेरे अंदर ही नाम वसया है। फिर ये एहसास होना शुरू हो जाएगा, गुर मेरा संग सदा है नाले। फिर ये पता चलना शुरू हो जाएगा कि परमेश्वर मेरे अंग संग सहाय है। फिर यह अवस्था बन जाएगी, दुकालंग प्रणासी दयालंग स्वरूपे सदा अंग संगे अपंगंग विभूते। किवें? नाम जप के, भगती करके, चेते करके उन्हों। हुण महाराज इत्थे कह रहे ने, पतित उदाहरण भै हरन हर अनाथ के नाथ। पतित तो पवित्र किवें हुंदा हैगा? राम कहत ही। पतित पवित्र भए राम कहत ही। फिर भै हरन, ਅਸੀਂ ਜਦੋਂ ਮੂਲ ਮੰਤਰ ਪੜ੍ਹਦੇ ਹਾਂ ਤੇ ਉਹਦੇ ਵਿੱਚ ਆਪਾਂ ਲਫ਼ਜ਼ ਪੜ੍ਹਦੇ ਹਾਂ ਨਿਰਭਉ। ਪਰਮੇਸ਼ਰ ਨਿਰਭਉ ਹੈ ਤੇ ਜਿਹੜਾ ਉਹਦਾ ਰੂਪ ਬਣ ਗਿਆ ਤੇ ਉਹ ਵੀ ਤਾਂ ਨਿਰਭਉ ਹੀ ਹੋਇਆ। ਜਿਵੇਂ ਬੂੰਦ ਸਾਗਰ 'ਚ ਸਮਾ ਗਈ ਤਾਂ ਸਾਗਰ 'ਚ ਮੈਂ ਕਹਾਂ ਕਿ ਹਾਂਜੀ ਜਿਹੜੀ ਬੂੰਦ ਮੈਂ ਵਿੱਚ ਸਾਗਰ 'ਚ ਸੁੱਟੀ ਸੀ ਮੈਂ ਉਹਨੂੰ ਬਾਹਰ ਕੱਢ ਸਕਾਂ? ਨਹੀਂ ਕੱਢ ਸਕਾਂਗਾ। ਉਹਦੀਆਂ ਕੁਆਲਿਟੀਜ਼ ਤੇ ਸਾਗਰ ਦੀਆਂ ਕੁਆਲਿਟੀਜ਼ ਸੇਮ ਹੋ ਜਾਏਗੀ। ਐਵੇਂ ਹੀ ਜਿਹੜਾ ਬੰਦਾ ਪਰਮੇਸ਼ਰ ਨਾਲ ਜੁੜ ਗਿਆ, ਜਿਹੜਾ ਉਹਦਾ ਰੂਪ ਹੋ ਗਿਆ, ਜਿਹੜਾ ਉਹਦਾ ਜਨ ਇਸ ਤਰ੍ਹਾਂ ਹੋ ਗਿਆ ਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਤਾਂ ਫਿਰ ਕੀ ਹੋਇਆ? ਉਹ ਵੀ ਨਿਰਭਉ ਬਣ ਗਿਆ, ਉਹਦਾ ਭੈ ਵੀ ਦੂਰ ਹੋ ਗਿਆ। ਹਰ ਅਨਾਥ ਕੇ ਨਾਥ। ਫਿਰ ਉਹਨੂੰ ਪਤਾ ਚੱਲਣਾ ਸ਼ੁਰੂ ਹੋ ਗਿਆ ਕਿ ਨਹੀਂ, ਮੈਂ ਐਵੇਂ ਦਰ-ਦਰ ਭਟਕ ਰਿਹਾ ਸੀ, ਮੈਂ ਐਵੇਂ ਥਾਂ-ਥਾਂ ਭਟਕ ਰਿਹਾ ਸੀ, ਮੈਂ ਐਵੇਂ ਥਾਂ-ਥਾਂ ਟੱਕਰਾਂ ਮਾਰਦਾ ਪਿਆ ਸੀ, ਮੈਨੂੰ ਕਿਸੇ ਦੀ ਆਸ ਦੀ ਲੋੜ ਨਹੀਂ ਸੀ। ਕਿਸੇ ਦਾ ਕਥਨ ਹੈ, ਜਬ ਆਨ ਕੀ ਆਸ ਨਿਰਾਸ ਭਈ ਕਲਗੀਧਰ ਅਰਬਾਸ ਕੀਓ ਮਨ ਮਾਹੇ। ਜਦੋਂ ਸਾਰੀਆਂ ਆਸਾਂ ਦੂਰ ਹੋ ਜਾਣ ਨਾ, ਖਤਮ ਹੋ ਜਾਣ, ਫਿਰ ਹੀ ਆ ਕੇ ਅੰਦਰ ਪਰਮੇਸ਼ਰ ਦੀ ਆਸਾ ਆਉਂਦੀ ਹੈ। ਜਦੋਂ ਇਹ ਅਹਿਸਾਸ ਹੋ ਜਾਵੇ ਕਿ ਨਹੀਂ, ਸਾਰਾ ਕੁਝ ਝੂਠ ਹੈ, ਸਾਰਾ ਕੁਝ ਮਿਥਿਆ ਹੈ, ਸਾਧੋ ਇਹ ਜਗ ਮਿਥਿਆ ਜਾਣੋ। ਜਦੋਂ ਇਹ ਅਹਿਸਾਸ ਹੋਣਾ ਸ਼ੁਰੂ ਹੋ ਜਾਵੇ ਨਾ ਪਿਆਰਿਓ, ਫਿਰ ਜਾ ਕੇ ਇਹ ਚੀਜ਼ ਬਣਦੀ ਹੈਗੀ ਹੈ ਕਿ ਨਹੀਂ, ਉਹ ਅਸੀਂ ਤੇ ਅਨਾਥ ਸੀ। ਤੋਸੋ ਨਾ ਨਾਥ, ਅਨਾਥ ਨਾ ਮੋਸਰ, ਤੋਸੋ ਨਾ ਦੀਨ, ਨਾ ਮੋਸੋ ਭਿਖਾਰੀ। ਇਹ ਅਵਸਥਾ ਬਣਨੀ ਸ਼ੁਰੂ ਹੋ ਜਾਂਦੀ ਹੈ, ਇਹ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਕਹੋ ਨਾਨਕ ਤੇ ਜਾਨੀਏ ਸਦਾ ਬਸਤ ਤੁਮ ਸਾਥ। ਫਿਰ ਇਹ ਭਰੋਸਾ ਵੱਜ ਜਾਏਗਾ, ਇਹ ਯਕੀਨ ਨਾਲ ਤੂੰ ਕਹਿ ਸਕੇਗਾ ਕਿ ਨਹੀਂ, ਪਰਮੇਸ਼ਰ ਮੇਰੇ ਅੰਗ ਸੰਗ ਹੈ, ਮੇਰੇ ਨਾਲ ਹੈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿਤੇ ਮੈਨੂੰ ਲੈ ਛਡਾਈ। ਸੋ ਅੱਗੇ ਮਹਾਰਾਜ ਕਹਿ ਰਹੇ ਨੇ, ਤਨ ਧਨ ਜੇ ਤੋ ਕਉ ਦਿਓ ਤਾਂ ਸਿਓ ਨੇਹੁ ਨ ਕੀਨ। ਕਹੋ ਨਾਨਕ ਨਰ ਬਾਵਰੇ ਅਬ ਕਿਉਂ ਡੋਲਤ ਦੀਨ। ਹੁਣ ਇੱਥੇ ਮਹਾਰਾਜ ਨਾ ਫਿਰ ਤਾੜਨਾ ਕਰ ਰਹੇ, ਤਨ ਧਨ ਜੇ ਤੋ ਕਉ ਦਿਓ ਤਾਂ ਸਿਓ ਨੇਹੁ ਨ ਕੀਨ। ਸਾਡੀ ਹਾਲਤ ਕੀ ਹੋ ਗਈ ਹੈ? ਗੁਸਤਾਖੀ ਮਾਫ, ਦਾਤ ਪਿਆਰੀ ਵਿਸਰਿਆ ਦਾ ਤਾਰਾ। ਅਸੀਂ ਕੀ ਕਹਿੰਦੇ ਆ ਕਿ ਬਈ ਇਹ ਨਾ ਮੇਰਾ ਕੁਝ ਹੈਗਾ, ਇਹ ਮੇਰਾ ਹੈਗਾ। ਜੇ ਮੈਂ ਕੋਈ ਕੰਮ, ਮੈਂ ਕੋਈ ਅਚੀਵਮੈਂਟ ਪਾਈ ਹੈਗੀ ਆ, ਅਸੀਂ ਕਹਿੰਦੇ ਕਿ ਨਹੀਂ ਇਹ ਮੈਂ ਕੀਤਾ। ਜਦੋਂ ਦੁੱਖ ਆਵੇ ਉਹ ਕਹਿੰਦੇ ਪਰਮੇਸ਼ਰ ਤੂੰ ਸਾਨੂੰ ਦੁੱਖ ਕਿਉਂ ਦਿੱਤਾ? ਪਰ ਜਦੋਂ ਮੈਂ ਕੋਈ ਅਚੀਵਮੈਂਟ ਮੈਨੂੰ ਮਿਲੀ ਆ, ਮੈਂ ਕੁਝ ਅਚੀਵ ਕੀਤਾ, ਮੈਂ ਕਿਤੇ ਸਕਸੈਸਫੁਲ ਬਣ ਗਿਆ, ਤਾਂ ਫਿਰ ਕੀ ਕਹਿੰਦੇ ਇਹ ਮੈਂ ਮਿਹਨਤ ਕੀਤੀ ਹੈ, ਇਹ ਮੈਂ ਕੀਤਾ। ਪਰ ਪਿਆਰਿਓ, ਤਨ ਧਨ ਜੇ ਤੋ ਕੋ ਦਿਓ ਤਾਂ ਸਿਓ ਨੇਹੁ ਨ ਕੀਨ। ਮੈਂ ਕਰ ਕਰਕੇ ਕੀ ਹੁੰਦਾ ਹੈਗਾ? ਅਸੀਂ ਕਹਿੰਦੇ ਹੈਗਾ ਸਾਡਾ ਧਿਆਨ ਇੱਥੇ ਲੱਗ ਜਾਂਦਾ ਹੈਗਾ, ਸਾਡਾ ਧਿਆਨ ਤਨ ਧਨ ਵਿੱਚ ਰਹਿ ਜਾਂਦਾ ਹੈਗਾ, ਸਾਡਾ ਧਿਆਨ ਸੰਸਾਰ ਵਿੱਚ ਰਹਿ ਜਾਂਦਾ, ਸਾਡਾ ਧਿਆਨ ਬਾਹਰ ਮੁਖੀ ਹੋ ਜਾਂਦਾ, ਅੰਤਰਮੁਖੀ ਤੇ ਹੁੰਦਾ ਹੀ ਨਹੀਂ। ਅਸੀਂ ਤੇ ਦਾਤ ਪਿਆਰੀ ਵਿਸਰਿਆ ਦਾ ਤਾਰਾ ਵਾਲੀ ਗੱਲ ਕਰ ਜਾਂਦੇ ਆ। ਫਿਰ ਕੀ ਹੁੰਦਾ? ਕਹੋ ਨਾਨਕ ਨਰ ਬਾਵਰੇ ਅਬ ਕਿਉਂ ਡੋਲਤ ਦੀਨ। ਫਿਰ ਕਿਉਂ ਡੋਲਦਾ? ਫਿਰ ਜਦੋਂ ਅੰਤ ਸਮੇਂ ਜਮਾ ਦੀ ਮਾਰ ਪੈਣੀ ਹੈ, ਫਿਰ ਮਹਾਰਾਜ ਕਹਿੰਦੇ ਆ ਕਿ ਤੂੰ ਉਸ ਸਮੇਂ ਕਿਉਂ ਡੋਲਦਾ? ਕਿਉਂ ਨਹੀਂ ਚੇਤਾ ਕਰਦਾ ਇਹ ਬੰਦੇ
प्राणी तू आया लाहा लैन, लगा कित को फकड़े सब मुकदी चलदी रैन। क्यों नहीं चेते करदा इस चीज नूं, क्यों विसर जांदा कि तेरी औद घट रही है, तेरी आर्जा घट रही है, तेरी उम्र घट रही है। करन की आया सी, कर की रहा, किथे फस गया। महाराज इत्थे दृढ़ करांदे आ चीज कि बई दातां मिलियां, दाते दा शुक्र करो। जेकर ਅਸੀਂ ਕਹਿੰਦੇ ਆ ਕਿ ਬਈ ਦੁੱਖ ਸਾਨੂੰ ਮਿਲਿਆ ਹੈਗਾ, ਇਹ परमात्मा ਤੋਂ ਸਾਨੂੰ ਦੁੱਖ ਕਿਉਂ ਦਿੱਤਾ ਹੈ, ਤਾਂ ਘੱਟੋ ਘੱਟ ਜਦੋਂ ਸੁੱਖ ਮਿਲੇ ਇਹ ਕਿਉਂ ਨਹੀਂ ਕਹਿੰਦੇ ਕਿ ਇਹ परमात्मा ਤੇਰਾ ਸ਼ੁਕਰ ਹੈ। ਉਹ ਤੇ ਬਾਅਦ ਦੀ ਅਵਸਥਾ ਹੈਗੀ ਨਾ ਕਿ ਬਈ ਦੁੱਖ ਸੁੱਖ ਦੋਨੋਂ ਸਾਂਭ ਕਰ ਜਾਣਾ, ਉਹ ਤੇ ਬਾਅਦ ਦੀ ਅਵਸਥਾ ਹੈਗੀ ਆ ਕਿ ਜਦੋਂ ਤੂੰ ਸੁੱਖ ਤੇ ਦੁੱਖ ਦੋਵਾਂ ਨੂੰ ਬਰਾਬਰ ਕਰਕੇ ਸਮਝੇਗਾ। ਪਰ ਪਹਿਲੇ ਘੱਟੋ ਘੱਟ ਇਹਨਾਂ ਤੇ ਦ੍ਰਿੜ ਕਰ, ਇਹਨਾਂ ਤੇ ਪਛਾਣ, नहीं तो फिर अंत समय की हुंदा हैगा, अब क्यों डोलत दीन, फिर क्यों घबरांदा, फिर सह जमा दी मार, फिर दोबारा तो आना पैना हैगा 84 लाख जूना च, फिर दोबारा ये जन्म मरण चलता रहना। सो महाराज कहते संभल जा, हर रोज असी राती पढ़दे हां, औद घटाया दिनस रहनारे, मन गुर मिल काज सवारे। उम्र घट रही है, आरजा घट रही है, छिन छिन औद बेहात है, फूटे घट जो पानी। छिन छिन कर गयो काल, तैसे जात आज है। छिन छिन करके उम्र घट रही है, पल पल करके उम्र घट रही है। मना संभल जा, संभल जा, हजे भी वेला, संभल जा। महाराज कह रहे ने तन धन संपै सुख दियो, अर जिह नीके धाम, कहो नानक सुन रे मना, सिमरत काहे न राम। ਹੁਣ ਇੱਥੇ ਮਹਾਰਾਜ ਨਾ ਦ੍ਰਿੜ ਕਰਾ ਰਹੇ ਨੇ, ਜਿੰਨੇ ਤੈਨੂੰ ਇਹ ਸਾਰਾ ਕੁਝ ਦਿੱਤਾ, ਜਿੰਨੇ ਵੀ ਤੈਨੂੰ ਇਹ ਧਨ ਸੰਪਦਾ ਮਿਲੀ, ਤੈਨੂੰ ਪਹਿਨਣ ਵਾਸਤੇ ਅੱਛਾ ਤਨ ਮਿਲਿਆ। ਅਸੀਂ ਪੜ੍ਹਦੇ ਆ ਨਾ ਜਪਜੀ ਸਾਹਿਬ ਵਿੱਚ, ਕਰਮੀ ਆਵਾ ਕੱਪੜਾ, ਇਹ ਸਰੀਰ ਜਿਹੜਾ ਕੱਪੜਾ ਵਾਂਗੂ ਆ, ਕਰਮ ਕਰਕੇ ਮਿਲਦਾ। ਇਹ ਮਨੁੱਖਾ ਜਨਮ ਵੱਡੇ ਭਾਗ ਕਰਕੇ ਮਿਲਦੀ ਆ। ਤਾਂ ਹੀ ਕਰਕੇ ਤੇ ਮਹਾਰਾਜ ਕਹਿੰਦੇ ਆ कि भाई गुर सेवा ते भगत कमाई, तब एह मानस देही पाई, इस देही को सिमरै देव, सो देही भज हर की सेव। ये वड्डे भागा नाल मिलदी है ये देही। फिर महाराज ने तेनू तन दिता है, तेनू धन दिता हैगा, तेनू सुख संपदा दिती हैगी आ, तेनू इन्ना कुछ दिता महाराज ने। तो फिर महाराज कहंदे ने जेकर तेनू इन्ना सारा कुछ दिता है, क्यों नहीं चेते कर रहा, क्यों विसर रहा है। महाराज कहते सिमरत काहे ना राम, चेते कर फिर। सो प्यारियो हजे भी वेला है, जेड़ा भी हजे सुन रहा है, दास एक छोटी जी बेनती है, हजे भी वेला है, हजे भी मौका है, संभल जाइए। आपां विचार पिछले च श्रवण कीता सी ना, चाहे जवानी दी उम्र है, चाहे बचपन है, ते चाहे बुढ़ेपा। महाराज कहते जेकर बुढ़ापे विच भी समझ लग गया ना, कोई गल नहीं, संभल जा। तो एक कदम ते अगे पुट के वेख, एक कदम ते चल। चरण सरन गुर एक पैंडा जाए चल, सतगुर कोट पैंडा आगे होए लेत हैं। एक कदम ते अगे पुट, तू एक कदम ही पुटन उससे तैयार नहीं, तू सिर्फ थोड़ा जा उद्यम करने भी तैयार नहीं। तो उद्यम किते बिना ते गल बननी नहीं, उद्यम करे ते जियो तू। सब तो पहले तो उद्यम आना हैगा। सो महाराज कहते बार बार इत्थे दृढ़ करांदे कि ऐ बंदे, ऐ मन, तू एक कदम चल, एक कदम, सिर्फ एक कदम। चरण सरन गुर एक पैंडा जाए चल, सतगुर कोट पैंडा आगे होए लेत हैं। तो एक कदम पुट, ते किवें तेनू गुरु तेनू करोड़ा कदम अगे आप आके तेरी बाह फड़ेगा। ते जदों बाह फड़ ली ना, तो महाराज कहंदे बाहें जना दी पकड़ी है, सिर दीजा बाहें ना छोड़ी है।
ਇੱਕ ਵਾਰੀ ਬਾਹ ਫੜ ਲਈ ਨਾ ਤਾਂ ਫਿਰ ਨਹੀਂ ਮਹਾਰਾਜ ਛੱਡਦੇ। ਫਿਰ ਮਹਾਰਾਜ ਨਾਲ ਲੈ ਕੇ ਜਾਣਗੇ ਹੀ ਜਾਣਗੇ। ਫਿਰ ਮਹਾਰਾਜ ਤੈਨੂੰ ਆਪਣੇ ਨਾਲ ਅਭੇਦ ਕਰਨਗੇ ਹੀ ਕਰਨਗੇ। ਤੇਰੀ ਜੀਵਨ ਯਾਤਰਾ ਨੂੰ ਸਫਲ ਕਰਨਗੇ ਹੀ ਕਰਨਗੇ। ਬਸ ਲੋੜ ਹੈ ਤੇ ਇੱਕ ਕਦਮ ਪੁੱਟਣ ਦੀ। ਸੋ ਆਓ ਪਿਆਰਿਓ, ਇਹ ਜੋ ਅਸੀਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਮਹਾਰਾਜ ਦੀ ਇਹ ਬਾਣੀ ਨੂੰ ਅਸੀਂ ਆਪਣੇ ਅਮਲੀ ਜੀਵਨ ਵਿੱਚ ਲਿਆ ਸਕੀਏ। ਜਿੱਥੇ ਇਹ ਆਪਣੇ ਵਾਸਤੇ ਅਰਦਾਸ ਕਰਨੀ, ਉੱਥੇ ਇਸ ਨਿਮਾਣੇ ਨਿਤਾਣੇ ਵਾਸਤੇ ਵੀ ਅਰਦਾਸ ਕਰਨੀ ਜੀ। ਬੇਅੰਤ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਆਪ ਸੰਗਤ ਰੂਪ ਪਰਮੇਸ਼ਰ ਰੂਪ ਬਖਸ਼ਣ ਯੋਗ ਹੋ। ਬਖਸ਼ ਲੈਣਾ ਜੀ, ਅੱਗੇ ਤੋਂ ਸਮਤ ਬਖਸ਼ਣੀ। ਦਿਓ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।